Hello students, in previous video we have done numericals related to refraction. Now in this video we will start our next topic, and in this video we will cover some topic like advanced sunrise and delay sunset and total internal reflection. So now let's start. So what is advanced sunrise and delay sunset? So the sun is visible to us 2 minutes before actual sunrise and 2 minutes after the actual sunset due to atmospheric refraction. ਸੋ ਸਟੂਡੈਂਟ ਸਾਨੂੰ ਕੀ ਹੁੰਦਾ ਹੈ ਕਿ ਸਾਨੂੰ ਸਨ ਜਿਹੜਾ ਉਹ 2 ਮਿੰਟ ਪਹਿਲਾਂ ਵਿਜ਼ੀਬਲ ਹੋ ਜਾਂਦਾ ਸਨਰਾਈਜ਼ ਤੋਂ ਤੇ 2 ਮਿੰਟ ਬਾਅਦ ਤੱਕ ਜਿਹੜਾ ਸਨ ਹੈ ਉਹ ਵਿਜ਼ੀਬਲ ਰਹਿੰਦਾ ਹੈ ਸਨਸੈਟ ਤੋਂ। ਸੋ ਇਹ ਜਿਹੜਾ ਕਿਉਂ ਹੁੰਦਾ ਹੈ? ਸੋ ਇਹਦੇ ਨਾਲ ਸਾਡਾ ਜਿਹੜਾ ਦਿਨ ਦਾ ਜੋ ਟਾਈਮ ਹੈਗਾ ਉਹ ਕੀ ਕਰ ਜਾਂਦਾ, ਇਨਕਰੀਜ਼ ਕਰ ਜਾਂਦਾ। ਸਾਡੀ ਡੇ ਦੀ ਡਿਊਰੇਸ਼ਨ ਆ ਵੀ ਇਨਕਰੀਜ਼ ਕਰਦੀ ਹੈ। ਸੋ ਇਹ ਫਿਨੋਮੀਨਾ ਕਿਉਂ ਹੁੰਦਾ ਹੈ? ਫਿਨੋਮੀਨਾ ਹੁੰਦਾ ਹੈ ਰਿਫਰੈਕਸ਼ਨ ਦੇ ਕਾਰਨ। ਸੋ ਦੇਖੋ ਹੁਣ ਕਿਸ ਤਰ੍ਹਾਂ ਹੁੰਦਾ ਸਾਨੂੰ ਆਪਾਂ ਸਮਝਣੇ ਆ। ਸੋ ਸਟੂਡੈਂਟਸ ਲੈਟਸ ਸਪੋਜ਼ ਦਿਸ ਇਜ਼ ਅਰਥ ਐਂਡ ਦਿਸ ਇਜ਼ ਦ ਲੇਅਰਸ ਆਫ ਐਟਮੋਸਫੇਅਰ। ਸੋ ਸਾਡੀ ਅਰਥ ਹੈ ਅਤੇ ਉਹ ਜਿਹੜੀ ਸਾਨੂੰ ਪਤਾ ਕਿ ਸਾਡੀ ਐਟਮੋਸਫੇਅਰ ਹੈਗਾ ਉਹਦੀਆਂ ਬਹੁਤ ਸਾਰੀਆਂ ਲੇਅਰਸ ਹੁੰਦੀਆਂ। ਸੋ ਇਹਦੀ ਫਸਟ ਲੇਅਰ ਹੀ ਸੈਕਿੰਡ ਲੇਅਰ ਹੈ। ਸੋ ਇੱਕ ਵਿੱਚ ਸਾਨੂੰ ਕਨਸੈਪਟ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਵੀ ਅਸੀਂ ਅਰਥ ਦੇ ਸਰਫੇਸ ਤੋਂ ਅਵੇ ਜਾਂਦੇ ਹਾਂ, ਬਾਹਰ ਵੱਲ ਜਾਂਦੇ ਹਾਂ, ਜਿਹੜਾ ਓਪਟੀਕਲ ਡੈਂਸਿਟੀ ਹੈ ਉਹ ਕੀ ਕਰਦੀ ਹੈ, ਘਟਣਾ ਸ਼ੁਰੂ ਹੋ ਜਾਂਦੀ ਹੈ ਅਤੇ ਜਿਹੜਾ ਮੀਡੀਅਮ ਹੈ ਉਹ ਰੇਅਰ ਹੋਣਾ ਸ਼ੁਰੂ ਹੋ ਜਾਂਦਾ। ਅਰਥ ਦੇ ਸਰਫੇਸ ਦੇ ਨਜ਼ਦੀਕ ਜਿਹੜਾ ਮੀਡੀਅਮ ਹੈ ਉਹ ਡੈਂਸਰ ਹੈਗਾ ਏਅਰ ਦਾ, ਅਤੇ ਜਿਹੜਾ ਜਦੋਂ ਆਪਾਂ ਸਰਫੇਸ ਤੋਂ ਅਬਵ ਜਾਈ ਜਾਂਦੇ ਹਾਂ ਜਿਹੜਾ ਏਅਰ ਦਾ ਜਿਹੜੀ ਓਪਟੀਕਲ ਡੈਂਸਿਟੀ ਹੈ ਉਹ ਕੀ ਕਰ ਜਾਂਦੀ ਹੈ, ਘੱਟ ਹੋਣਾ ਸ਼ੁਰੂ ਹੋ ਜਾਂਦੀ ਹੈ। ਸੋ ਸਟੂਡੈਂਟਸ ਦੇਖੋ ਕਿਸ ਤਰ੍ਹਾਂ ਜਿਹੜਾ ਸਾਨੂੰ ਸਨਰਾਈਜ਼ ਐਡਵਾਂਸ 'ਚ ਸ਼ੋ ਹੁੰਦਾ ਹੈ ਸਨਸੈਟ। ਆਪਾਂ ਸਨਸੈਟ ਦੀ ਗੱਲ ਕਰਾਂਗੇ। ਸੋ ਮੰਨ ਲਓ ਸਨਸੈਟ ਹੋ ਗਿਆ, ਸੋ ਸਾਨੂੰ ਬਟ ਇਸ ਟਾਈਮ ਸ਼ੋ ਨਹੀਂ ਹੋਣਾ, ਉਹਨੂੰ ਕੁਛ ਟਾਈਮ ਬਾਅਦ ਸ਼ੋ ਹੋਣਾ ਕਿ ਸਨਸੈਟ ਹੋਏਦਾ। ਸੋ ਕਿਸ ਤਰ੍ਹਾਂ ਹੁੰਦਾ? ਸੋ ਆਪਾਂ ਡਿਸਕਸ ਕਰਨੇ ਆ। ਸੋ ਮੰਨ ਲਓ ਜਦੋਂ ਲਾਈਟ ਜਿਹੜੀ ਹੈਗੀ ਹੈ ਉਹ ਸਾਡੇ ਫਸਟ ਐਟਮੋਸਫੇਅਰ ਲੇਅਰ 'ਤੇ ਪਈ, ਓਕੇ। ਸੋ ਹੁਣ ਦੇਖੋ ਇੱਥੇ ਮੀਡੀਅਮ ਰੇਅਰ, ਫਿਰ ਮੀਡੀਅਮ ਕੀ ਹੋ ਜਾਂਦਾ, ਡੈਂਸਰ ਹੋਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਮੈਂ ਕਿਹਾ ਹੀ ਨਾ ਕਿ ਜਦੋਂ ਅਸੀਂ ਅਰਥ ਦੇ ਸਰਫੇਸ ਤੋਂ ਬਾਹਰ ਵੱਲ ਜਾਂਦੇ ਹਾਂ ਅਤੇ ਜਿਹੜੀ ਓਪਟੀਕਲ ਡੈਂਸਿਟੀ ਹੈ ਉਹ ਕੀ ਕਰਦੀ ਹੈ, ਘਟਣਾ ਸ਼ੁਰੂ ਹੋ ਜਾਂਦੀ ਹੈ, ਮੀਡੀਅਮ ਰੇਅਰ ਹੋਣਾ ਸ਼ੁਰੂ ਹੋ ਜਾਂਦਾ। ਪਰ ਜੇ ਆਪਾਂ ਅਰਥ ਦੇ ਸਰਫੇਸ ਦੇ ਨਜ਼ਦੀਕ ਆਉਣਾ ਸ਼ੁਰੂ ਕਰਨੇ ਆ ਤਾਂ ਜਿਹੜਾ ਉਹਦਾ ਮੀਡੀਅਮ ਹੈ ਉਹਦੀ ਜਿਹੜੀ ਡੈਂਸਿਟੀ ਆ ਉਹ ਇਨਕਰੀਜ਼ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਜਿਹੜਾ ਮੀਡੀਅਮ ਆ ਉਹ ਡੈਂਸਰ ਹੋਣਾ ਸ਼ੁਰੂ ਹੋ ਜਾਂਦਾ। ਸੋ ਇਹਦਾ ਮਤਲਬ ਕਿ ਇਹ ਰੇਅਰ ਹੋਏਗਾ, ਇਹ ਉਸ ਤੋਂ ਜ਼ਿਆਦਾ ਡੈਂਸਰ ਹੋਏਗਾ, ਸਭ ਤੋਂ ਜ਼ਿਆਦਾ ਡੈਂਸਰ ਇਹ ਚੀਜ਼ ਹੋਏਗੀ। ਸੋ ਸਟੂਡੈਂਟਸ ਅਸੀਂ ਕੀਤਾ ਜਦੋਂ ਵੀ ਲਾਈਟ ਰੇਅਰ ਮੀਡੀਅਮ ਟੂ ਡੈਂਸਰ ਮੀਡੀਅਮ ਵੱਲ ਜਾਂਦੀ ਹੈ ਉਹ ਕੀ ਕਰ ਜਾਂਦੀ ਹੈ, ਨੋਰਮਲ ਦੀ ਟੂਵਰਡਸ ਕੀ ਕਰਦੀ ਹੈ, ਬੈਂਡ ਕਰਦੀ ਹੈ। ਸੋ ਇੱਥੇ ਅਸੀਂ ਨੋਰਮਲ ਡਰੋ ਕੀਤਾ, ਸੋ ਕੀਤੀ ਨੋਰਮਲ ਦੀ ਤਰਫ ਕਰ ਗਈ, ਬੈਂਡ ਕਰ ਗਈ, ਓਕੇ। ਹੁਣ ਇਹ ਰੇਅਰ, ਫਿਰ ਇਹ ਵੀ ਸਾਡਾ ਇਹ ਡੈਂਸਰ। ਸੋ ਫਿਰ ਕੀ ਕਰੇਗੀ ਲਾਈਟ, ਨੋਰਮਲ ਦੀ ਤਰਫ ਕੀ ਕਰ ਜਾਏਗੀ, ਬੈਂਡ ਕਰ ਜਾਏਗੀ। ਹੁਣ ਦੇਖੋ ਹੁਣ ਜਿਹੜੀ ਸਾਡੀ ਆਈ ਹੈਗੀ ਹੈ ਉਹ ਕੀ ਕਰਦੀ ਹੈ, ਉਹ ਜਿਸ ਸੋ ਸਪੋਜ਼ ਸਾਡੀ ਆਈ 'ਤੇ ਪਈ ਹੈ। ਸੋ ਸਾਡੀ ਆਈ ਨੂੰ ਇਹ ਨਹੀਂ ਸਾਨੂੰ ਜਿਹੜੀ ਆਈ ਹੈ ਸਾਨੂੰ ਇਹ ਨਹੀਂ ਪਤਾ ਚੱਲਣਾ ਕਿ ਜਿਹੜਾ ਸਨ ਐਗਜ਼ੈਕਟਲੀ ਇੱਥੇ ਪੈਦਾ, ਉਹਨੂੰ ਇਹ ਨਹੀਂ ਦਿਖਾਈ ਦੇਣਾ। ਉਹਨੂੰ ਜਿਹੜੀ ਸਾਡੀ ਆਈ ਹੈ ਉਹ ਆਬਜੈਕਟ ਉੱਥੇ ਮੰਨਦੀ ਹੈ ਜਿੱਥੋਂ ਲਾਈਟ ਆਉਣ ਦੀ ਹੋਵੇ। ਠੀਕ ਹੈ, ਹੁਣ ਲਾਈਟ ਆਉਣ ਦੀ ਇੱਥੋਂ, ਆਈ ਨੇ ਕੀ ਕਰਨਾ, ਇਹਨੂੰ ਪਿੱਛੇ ਨੂੰ ਐਕਸਟੈਂਡ ਕਰ ਦੇਣਾ। ਲਾਈਟ ਆਈ ਜੀ ਸਾਡੀ ਕੀ ਕਰੇਗੀ, ਇਹਨੂੰ ਪਿੱਛੇ ਨੂੰ ਐਕਸਟੈਂਡ ਕਰ ਦੇਗੀ ਅਤੇ ਉਹਦੀ ਇਮੇਜ ਸਾਡੀ ਕੁਛ ਇੱਥੇ ਬਣ ਜਾਏਗੀ। ਜਿਹੜੀ ਉਹਦੀ ਇਮੇਜ ਵਰਚੁਅਲ ਇਮੇਜ ਸਾਡੀ ਬਣ ਜਾਏਗੀ ਇੱਥੇ। ਸੋ ਜਿਹੜਾ ਕੀ ਹੋ ਜਾਏਗਾ, ਹੁਣ ਦੇਖੋ ਨਾ ਰਿਐਲਿਟੀ ਦੇ ਵਿੱਚ ਸਨ ਇੱਥੇ ਸੀਗਾ ਬਟ ਸਾਨੂੰ ਸਾਡੀ ਰਿਐਲਿਟੀ ਦੇ ਵਿੱਚ ਸਨ ਇੱਥੇ ਸੀਗਾ ਬਟ ਸਾਨੂੰ ਸਾਡੇ ਆਈ ਨੂੰ ਵਿਜ਼ੀਬਲ ਕਿੱਥੇ ਹੋਇਆ, ਇੱਥੇ ਹੋਇਆ। ਇਹਦਾ ਮਤਲਬ ਕਿ ਸਨ ਆਪਣੀ ਰੀਅਲ ਪੋਜੀਸ਼ਨ ਤੋਂ ਉੱਤੇ ਚਲਾ ਗਿਆ। ਸੋ ਪਿੱਛੇ ਤੇ ਕਿੱਥੇ ਹੀ ਅਪਰੈਂਟ ਡੈਪਥ ਵਗੈਰਾ ਐਂਡ ਰੀਅਲ ਡੈਪਥ, ਇਹੀ ਕੇਸ ਇਹਦੇ ਵਿੱਚ ਵੀ ਹੈਗਾ। ਜਿਹੜੀ ਲਾਈਟ ਹੈਗੀ ਆ ਉਹ ਜਿਹੜਾ ਸਨ ਹੈਗਾ ਸਾਨੂੰ ਵਿਜ਼ੀਬਲ ਹੁੰਦਾ ਰਿਹਾ ਜਦੋਂ ਤੱਕ ਕਿ ਸਨਸੈਟ ਹੋ ਗਿਆ, ਪਰ ਤਾਂ ਵੀ ਸਾਨੂੰ ਜਿਹੜਾ ਉਹ ਸਨ ਉਹ ਵਿਜ਼ੀਬਲ ਰਿਹਾ। ਸੋ ਕਿਉਂ ਹੁੰਦਾ ਹੈ, ਟੋਟਲ ਰਿਫਰੈਕਸ਼ਨ ਦੇ ਕਾਰਨ ਹੋਇਆ। ਉਹ ਸਾਡੀ ਆਈ ਨੇ ਕੀ ਕੀਤਾ, ਉਹ ਲਾਈਟ ਨੂੰ ਐਕਸਟੈਂਡ ਕੀਤਾ ਅਤੇ ਜਿਹੜੀ ਉਹਦੀ ਵਰਚੁਅਲ ਇਮੇਜ ਸਾਡੀ ਇੱਥੇ ਬਣੀ। ਆਈ ਹੋਪ ਯੂ ਵਿਲ ਅੰਡਰਸਟੈਂਡ ਵਾਈ ਦ ਐਡਵਾਂਸ ਸਨਰਾਈਜ਼ ਐਂਡ ਡਿਲੇ ਸਨਸੈਟ। ਥੈਂਕ ਯੂ। So now we will start total internal reflection. So what is total internal reflection? It is a special type of refraction, the phenomena of reflection of light when it comes from denser medium to rarer medium and strike at the interface of denser medium and rarer medium. So students ਕੀ ਹੁੰਦਾ ਹੈ, ਇਹ ਸਾਡਾ ਡੈਂਸਰ ਮੀਡੀਅਮ ਹੈ, ਇਹ ਸਾਡਾ ਰੇਅਰ ਮੀਡੀਅਮ ਹੈ, ਓਕੇ। ਸੋ ਕਹਿੰਦੇ ਲਾਈਟ ਸਾਡੀ ਡੈਂਸਰ ਮੀਡੀਅਮ ਦੇ ਵਿੱਚੋਂ ਆਉਣੀ ਚਾਹੀਦੀ ਹੈ, ਓਕੇ। ਸੋ ਜਦੋਂ ਲਾਈਟ ਡੈਂਸਰ ਮੀਡੀਅਮ 'ਚੋਂ ਆਉਂਦੀ ਹੈ ਅਤੇ ਸਟਰਾਈਕ ਕਰਦੀ ਹੈ ਇੰਟਰਫੇਸ ਹੁੰਦਾ ਬਾਊਂਡਰੀ ਬਿਟਵੀਨ ਟੂ ਮੀਡੀਅਮਸ।
ਜਦੋਂ ਇਹ ਵਾਲੇ ਇੰਟਰਫੇਸ ਤੇ ਇੰਟਰਫੇਸ ਕਿਹਦਾ ਇੰਟਰਫੇਸ ਹੈ, ਰੇਅਰ ਮੀਡੀਅਮ ਤੇ ਡੈਂਸਰ ਮੀਡੀਅਮ ਦਾ ਇੰਟਰਫੇਸ। ਜਦੋਂ ਲਾਈਟ ਡੈਂਸਰ ਮੀਡੀਅਮ 'ਚੋਂ ਆਉਂਦੀ ਹੈ ਤੇ ਰੇਅਰ ਮੀਡੀਅਮ ਤੇ ਡੈਂਸਰ ਮੀਡੀਅਮ ਦੇ ਇੰਟਰਫੇਸ ਤੇ ਸਟਰਾਈਕ ਕਰਦੀ ਹੈ ਤੇ ਉਹਦਾ ਜਿਹੜਾ ਐਂਗਲ ਹੈ ਉਹ ਕ੍ਰਿਟੀਕਲ ਐਂਗਲ ਤੋਂ ਜ਼ਿਆਦਾ ਹੁੰਦਾ ਤੇ ਉਹ ਕੀ ਹੋ ਜਾਂਦੀ ਹੈ, ਉਹਦੀ ਰਿਫਰੈਕਸ਼ਨ ਹੋਣ ਦੀ ਬਜਾਏ ਕੀ ਹੋ ਜਾਂਦੀ, ਉਹ ਰਿਫਲੈਕਟ ਹੋ ਜਾਂਦੀ ਹੈ। ਸੋ ਕੀ ਕਰ ਜਾਂਦੀ ਹੈ, ਰਿਫਲੈਕਟ ਹੋ ਜਾਂਦੀ ਹੈ। ਸੋ ਇਹਨੂੰ ਆਪਾਂ ਕੀ ਕਹਿੰਦੇ ਆ, ਟੋਟਲ ਇੰਟਰਨਲ ਰਿਫਲੈਕਸ਼ਨ। ਸੋ ਮੈਂ ਤੁਹਾਨੂੰ ਇਹਦਾ ਡੈਮੋਸਟ੍ਰੇਸ਼ਨ ਸ਼ੋ ਕਰਨਾ ਤੇ ਕੁਛ ਉਸ ਤੋਂ ਬਾਅਦ ਅਸੀਂ ਡਿਸਕਸ ਕਰਾਂਗੇ ਇਹਦੇ ਬਾਰੇ, ਕੰਡੀਸ਼ਨਸ, ਕ੍ਰਿਟੀਕਲ ਐਂਗਲ ਕੀ ਹੁੰਦਾ ਹੈ ਐਂਡ ਸਭ ਕੁਛ। ਸਟੂਡੈਂਟ, ਸਾਡਾ ਇਹ ਇੰਟਰਫੇਸ ਹੈਗਾ ਰੇਅਰ ਮੀਡੀਅਮ ਤੇ ਡੈਂਸਰ ਮੀਡੀਅਮ ਦਾ। ਲਾਈਟ ਜਿਹੜੀ ਸਾਡੀ ਹੈ ਉਹ ਪੁਆਇੰਟ ਤੋਂ ਨਿਕਲਣੀ। ਸੋ ਮੰਨ ਲਓ ਕਿ ਪਹਿਲਾਂ ਲਾਈਟ ਸਾਡੀ ਨੋਰਮਲੀ ਆਈ, ਉਹ ਕੀ ਕਰੇਗੀ, ਸਿੱਧੀ ਚਲੀ ਜਾਏਗੀ, ਕਿਉਂਕਿ ਸਾਨੂੰ ਪਤਾ ਕਿ ਜਦੋਂ ਲਾਈਟ ਨੋਰਮਲੀ ਆਉਂਦੀ ਹੈ ਤਾਂ ਬਿਨਾਂ ਕਿਸੇ ਰਿਫਲੈਕਸ਼ਨ ਦੇ ਜਿਹੜੀ ਉਹ ਚਲੀ ਜਾਂਦੀ ਹੈ, ਬਾਹਰ ਨਿਕਲ ਜਾਂਦੀ ਹੈ। ਸੋ ਦੇਖੋ, ਸੋ ਇਹ ਸਾਡਾ ਡੈਂਸਰ ਮੀਡੀਅਮ ਤੇ ਇਹ ਸਾਡਾ ਰੇਅਰ ਮੀਡੀਅਮ ਹੈ। ਓਕੇ, ਤੇ ਅਸੀਂ ਇੱਕ ਪਿੱਛੇ ਡਰਾਈਵ ਕੀਤਾ ਹੈ ਕਿ ਜਦੋਂ ਲਾਈਟ ਡੈਂਸਰ ਮੀਡੀਅਮ ਤੋਂ ਰੇਅਰ ਮੀਡੀਅਮ ਜਾਂਦੀ ਹੈ ਉਹ ਕੀ ਕਰਦੀ ਹੈ, ਅਵੇ ਫਰੋਮ ਦ ਨੋਰਮਲ ਹੋ ਜਾਂਦੀ ਹੈ। ਮਤਲਬ ਜਿਹੜਾ ਐਂਗਲ ਹੈ ਰਿਫਰੈਕਸ਼ਨ ਦਾ ਉਹ ਇੰਸੀਡੈਂਸ ਐਂਗਲ ਤੋਂ ਗ੍ਰੇਟਰ ਹੋਏਗਾ। ਸੋ ਮੰਨ ਲਓ ਕਿ ਇਸ ਐਂਗਲ ਤੇ ਕਿਸੇ ਐਂਗਲ ਤੇ ਮੈਂ ਲਾਈਟ ਨੂੰ ਇੱਥੇ ਭੇਜਿਆ ਤੇ ਇਸ ਇੰਟਰਫੇਸ ਤੇ ਟਕਰਾਈ ਤੇ ਇਹਦਾ ਸਾਡਾ ਨੋਰਮਲ ਬਣ ਗਿਆ। ਇਹ ਸਾਡਾ ਐਂਗਲ ਬਣ ਗਿਆ I1 ਤੇ ਜਿਹੜੀ ਰਿਫਰੈਕਸ਼ਨ ਹੋ ਗਈ ਇਸ ਤਰ੍ਹਾਂ R1। ਹੁਣ ਦੇਖੋ ਐਂਗਲ I1 ਇੰਨਾ ਹੈ, ਐਂਗਲ R1 ਇਤਨਾ ਹੈ। ਹੁਣ ਦੇਖੋ ਜਦੋਂ ਜਦੋਂ ਅਸੀਂ ਐਂਗਲ I1 ਨੂੰ ਵਧਾਈ ਜਾਵਾਂਗੇ ਇਹਦਾ ਮਤਲਬ ਕਿ R1 ਵੀ ਇਨਕਰੀਜ਼ ਕਰੇਗਾ। ਸੋ ਜਿੱਦਾਂ ਜਿੱਦਾਂ I1 ਇਨਕਰੀਜ਼ ਕਰੇਗਾ ਉਦੋਂ ਦਾ R1 ਇਨਕਰੀਜ਼ ਕਰੇਗਾ। ਸੋ ਇਹ ਵੀ ਸਾਨੂੰ ਪਤਾ ਕਿ I1 ਜਿਹੜਾ ਛੋਟਾ ਐਂਗਲ ਹੈ ਤੇ R1 ਉਸ ਤੋਂ ਵੱਡਾ ਐਂਗਲ ਹੈ ਕਿ ਇਹਦਾ ਮਤਲਬ ਕਿ ਜਿੱਦਾਂ ਹੁਣ I ਨੂੰ ਵਧਾਵਾਂਗੇ ਸੋ ਇਹ ਵੀ ਵੱਧ ਜਾਏਗਾ। ਸੋ ਇੱਕ ਇਸ ਤਰ੍ਹਾਂ ਦਾ ਕੇਸ ਆ ਜਾਏਗਾ ਕਿ ਜਦੋਂ ਲਾਈਟ ਜਿਹੜੀ ਹੈਗੀ ਹੈ ਕਿ ਐਂਗਲ ਆਫ ਇੰਸੀਡੈਂਟ ਇੱਕ ਇਸ ਤਰ੍ਹਾਂ ਦਾ ਐਂਗਲ ਬਣ ਜਾਏਗਾ ਜਦੋਂ ਜਿਹੜੀ ਰਿਫਰੈਕਸ਼ਨ, ਜਿਹੜਾ ਐਂਗਲ ਆਫ ਰਿਫਰੈਕਸ਼ਨ ਹੈ ਉਹ ਪੂਰਾ 90 ਡਿਗਰੀ ਬਣ ਜਾਏਗਾ ਕਿ ਲਾਈਟ ਇਸ ਤਰ੍ਹਾਂ ਚਲੀ ਜਾਏਗੀ 90 ਡਿਗਰੀ ਤੇ, ਐਂਗਲ ਆਫ ਰਿਫਰੈਕਸ਼ਨ 90 ਬਣ ਜਾਏਗੀ। ਕਿਉਂਕਿ ਦੇਖੋ ਜਿਹੜਾ ਇੰਸੀਡੈਂਸ ਐਂਗਲ ਸੀ ਉਹਨੂੰ ਆਪਾਂ ਵਧਾਇਆ ਤੇ ਐਂਗਲ ਸਾਡਾ ਇੰਨਾ ਬਣ ਗਿਆ। ਦੇਖੋ ਇਹਨੂੰ ਹੋਰ ਵਧਾਵਾਂਗੇ ਤੇ ਇਹ ਹੋਰ ਐਂਗਲ ਬਣੇਗਾ, ਵੱਡਾ ਹੋਏਗਾ। ਸੋ ਇੱਕ ਐਂਗਲ ਅਸੀਂ ਇਹੋ ਜਿਹਾ ਲਿਆ ਜਿੱਤੇ ਜਿਹੜਾ ਐਂਗਲ ਅਸੀਂ ਇਹਨੂੰ ਸਟਰਾਈਕ ਕੀਤਾ ਰੇ ਨੂੰ ਇੰਟਰਫੇਸ ਤੇ ਜਿਹੜਾ ਉਹ ਰਿਫਰੈਕਸ਼ਨ ਐਂਗਲ ਹੈ, ਐਂਗਲ ਆਫ ਰਿਫਰੈਕਸ਼ਨ ਹੈ ਉਹ ਸਾਡਾ ਕਿੰਨਾ ਹੋ ਗਿਆ, 90 ਡਿਗਰੀ ਹੋ ਗਿਆ। ਇਹਦਾ ਮਤਲਬ ਜੇ ਅਸੀਂ ਹੋਰ ਐਂਗਲ ਵਧਾਵਾਂਗੇ ਤੇ ਲਾਈਟ ਦਾ ਐਂਗਲ ਹੋਰ ਵਧੇਗਾ। ਓਕੇ ਨਾ, ਹੁਣ ਇਹ ਪੂਰਾ 90 ਹੋ ਗਿਆ, ਤਾਂ ਮਤਲਬ ਕਿ ਫਿਰ ਅੰਦਰ ਵੱਲ ਨੂੰ ਆ ਜਾਏਗਾ। ਜਿਹੜੀ ਲਾਈਟ ਜਿਹੜੀ ਰਿਫਰੈਕਸ਼ਨ ਜਿਹੜੀ ਹੈ, ਲਾਈਟ ਜਿਹੜੀ ਹੈ ਰਿਫਰੈਕਟਡ ਰੇ ਹੈ ਉਹ ਅੰਦਰ ਵੱਲ ਨੂੰ ਆ ਜਾਏਗੀ। ਸੋ ਇੱਕ ਇਹੋ ਜਿਹਾ ਆਪਾਂ ਐਂਗਲ ਲਿਆ ਕਿ ਜਿਹੜਾ ਇਹ ਵਾਲੇ ਐਂਗਲ ਤੋਂ ਗ੍ਰੇਟਰ ਹੋਏ। ਸੋ ਮੰਨ ਲਓ ਸਾਡਾ ਐਂਗਲ ਹੈ I2। ਸੋ ਉਹਦੇ ਨਾਲ ਸਾਡੀ ਜਿਹੜੀ ਰੇ ਹੈ ਇਹ ਮਤਲਬ RC। ਸੋ ਇਹ ਜਿਹੜਾ ਸਾਡਾ ਰੇ ਹੈ ਉਹ ਕੀ ਕਰੇਗੀ, ਅੰਦਰ ਵੱਲ ਬੈਂਡ ਹੋ ਜਾਏਗੀ। ਸਟੂਡੈਂਟਸ, ਇਹ ਕੀ ਹੁੰਦੀ, ਸਾਡੀ ਰਿਫਲੈਕਸ਼ਨ ਹੋ ਜਾਂਦੀ। ਸੋ ਇਨਸਟੈਡ ਆਫ ਰਿਫਰੈਕਸ਼ਨ ਸਾਡੀ ਕਿਹੜੀ ਰਿਫਲੈਕਸ਼ਨ ਟੇਕ ਪਲੇਸ ਹੋ ਗਈ। ਸੋ ਇਹਨੂੰ ਆਪਾਂ ਕੀ ਕਹਿੰਦੇ ਹਾਂ, ਟੋਟਲ ਇੰਟਰਨਲ ਰਿਫਲੈਕਸ਼ਨ। ਸੋ ਟੋਟਲ ਇੰਟਰਨਲ ਰਿਫਲੈਕਸ਼ਨ ਕਦੋਂ ਪੋਸੀਬਲ ਹੈ, ਜਿਹੜੀ ਅਸੈਂਸ਼ੀਅਲ ਕੰਡੀਸ਼ਨ ਹੈ ਜਿਹੜੀ ਹੈ, ਅਸੈਂਸ਼ੀਅਲ ਕੰਡੀਸ਼ਨਸ ਫॉर ਟੋਟਲ ਇੰਟਰਨਲ ਰਿਫਲੈਕਸ਼ਨ ਕੀ ਹੈ। ਸੋ ਫਸਟ ਕੰਡੀਸ਼ਨ ਜਿਹੜੀ ਲਾਈਟ ਹੈ ਉਹ ਡੈਂਸਰ ਮੀਡੀਅਮ ਟੂ ਰੇਅਰ ਮੀਡੀਅਮ ਵੱਲ ਜਾਣੀ ਚਾਹੀਦੀ ਹੈ। ਸੋ ਰੇਅਰ ਮੀਡੀਅਮ ਵੱਲ ਜਾਣੀ ਚਾਹੀਦੀ ਹੈ। ਓਕੇ, ਸੋ ਦੂਸਰੀ ਕੀ ਹੈ, ਜਿਹੜਾ ਐਂਗਲ ਆਫ ਇੰਸੀਡੈਂਸ ਹੈ ਉਹ ਕ੍ਰਿਟੀਕਲ ਐਂਗਲ ਤੋਂ ਗ੍ਰੇਟਰ ਹੋਣਾ ਚਾਹੀਦਾ, ਫਿਰ ਹੀ ਜਿਹੜਾ ਟੋਟਲ ਇੰਟਰਨਲ ਰਿਫਲੈਕਸ਼ਨ ਟੇਕ ਪਲੇਸ ਹੋਏਗੀ। ਦੇਖੋ ਜਦੋਂ ਐਂਗਲ ਕ੍ਰਿਟੀਕਲ ਐਂਗਲ ਸੀਗਾ ਉਦੋਂ ਜਿਹੜਾ ਰਿਫਰੈਕਟਡ ਐਂਗਲ ਕਿੰਨਾ ਹੋ ਗਿਆ, 90 ਡਿਗਰੀ ਹੋ ਗਿਆ। ਸੋ ਜੇ ਆਪਾਂ ਕ੍ਰਿਟੀਕਲ ਐਂਗਲ ਨੂੰ ਹੋਰ ਵਧਾਵਾਂਗੇ, ਜਿਹੜਾ ਐਂਗਲ ਨੂੰ ਹੋਰ ਵਧਾਵਾਂਗੇ, ਕ੍ਰਿਟੀਕਲ ਐਂਗਲ ਤੋਂ ਵੀ ਇਨਕਰੀਜ਼ ਕਰ ਦਾਂਗੇ, ਤਾਂ ਸਾਡੀ ਕੀ ਹੋ ਜਾਏਗੀ, ਟੋਟਲ ਇੰਟਰਨਲ ਰਿਫਲੈਕਸ਼ਨ ਹੋ ਜਾਏਗੀ। ਸੋ ਸੈਕਿੰਡ ਕੰਡੀਸ਼ਨ ਕੀ ਹੈ ਸਾਡੀ, ਕਿ ਐਂਗਲ ਆਫ incidence should be greater than critical angle।
ओके सो जो एंगल है वो की होना चाहिए क्रिटिकल एंगल तो ग्रेटर होना चाहिए कि एंगल है वो जो ग्रेटर होना चाहिए क्रिटिकल एंगल तो फिर ही जी साड़ी टोटल इंटरनल रिफ्लैक्शन है वो टेक प्लेस होएगी। स्टूडेंट्स ਹੁਣ ਅਸੀਂ ਗੱਲ ਕਰਾਂਗੇ क्रिटिकल एंगल ਦੀ क्रिटिकल एंगल ਕੀ ਹੁੰਦਾ ਹੈ। ਸੋ ਦੇਖੋ क्रिटिकल एंगल ਕੀ ਸੀਗਾ ਉਹ ਵਾਲਾ ਸਾਡਾ इंसीडेंस एंगल जिस एंगल ਦੀ ਜਿਹੜਾ ਰਿਫਰੈਕਟਡ ਜਿਹੜਾ ਐਂਗਲ ਆ ਉਹ ਕੀ ਬਣ ਗਿਆ 90 डिग्री बन गया। क्रिटिकल एंगल ਦੀ ਡੈਫੀਨੇਸ਼ਨ ਕੀ ਬਣੇਗੀ ਸਾਡੀ सो क्रिटिकल एंगल is the angle of incidence at which refracted angle become 90 डिग्री कि जिस एंगल ते रिफ्रैक्टेड एंगल 90 डिग्री हो जाए उस एंगल नू उस इंसीडेंस एंगल ਨੂੰ ਆਪਾਂ ਕੀ ਕਵਾਂਗੇ क्रिटिकल एंगल ਕਰਾਵਾਂਗੇ ਤੇ ਇਹਨੂੰ ਆਪਾਂ ਡਿਨੋਟ ਕਰਾਂਗੇ IC ਦੇ ਨਾਲ। ਓਕੇ ਸੋ ਸਟੂਡੈਂਟਸ ਹੁਣ ਅਸੀਂ ਕਰਾਂਗੇ ਰਿਲੇਸ਼ਨ ਬਿਟਵੀਨ क्रिटिकल एंगल ਐਂਡ ਰਿਫਰੈਕਟਿਵ ਇੰਡੈਕਸ। ਸੋ ਸਾਨੂੰ ਪਤਾ ਸਨੈਲਸ ਲੋ ਕੀ ਕਹਿੰਦਾ ਸੀਗਾ ਦੇਖੋ ਪਹਿਲਾਂ ਸਾਨੂੰ ਆਪਾਂ ਨਾਂ ਦੇ ਲਈ ਕਿ ਰਿਫਰੈਕਟਿਵ ਇੰਡੈਕਸ ਦਾ ਸੋ ਡੈਂਸਿਟੀ ਮੀਡੀਅਮ ਦਾ ਮੰਨ ਲਓ nu2 ਰਿਫਰੈਕਟਿਵ ਇੰਡੈਕਸ ਹੈ ਰੀਅਰ ਮੀਡੀਅਮ ਦਾ ਮੰਨ ਲਓ nu1 ਹੈਗਾ ਸਾਡਾ ਰੀਅਰ ਮੀਡੀਅਮ ਮੰਨ ਲਓ 에ਅਰ ਹੈ ਤੇ ਡੈਂਸਿਟੀ ਮੀਡੀਅਮ ਮੰਨ ਲਓ ਸਾਡਾ ਕੋਈ ਵੀ ਗਲਾਸ ਹੈ ਠੀਕ ਹੈ। ਸੋ ਸਾਈਨ ਰਿਫਰੈਕਟਿਵ ਇੰਡੈਕਸ ਦਾ ਸਾਈਨ ਐਂਗਲ ਕਿੱਚ ਆਏਗਾ तो साइन एंगल जो साडा आई ना जो साइन ऑफ आई एंगल किहदे नाल आएगा nu2 नाल आएगा क्योंकि nu2 जो रिफ्रैक्टिव इंडैक्स है साडा वाले डेंसिटी मीडियम का तो डेंसिटी मीडियम च ही एंगल आई है। सो ਆਪਾਂ ਕੀ ਕਰਾਂਗੇ साइन आई ਨੂੰ कितना मल्टीप्लाई करांगे रिफ्रैक्टिव इंडैक्स nu2 नाल की आएगा साडा nu2 इंटू साइन आई इज इक्वल टू देखो ਹੁਣ ਰਿਫਰੈਕਟਿਵ ਇੰਡੈਕਸ ਰੀਅਰ ਮੀਡੀਅਮ 'ਚ nu1 ਹੈ ਤੇ ਜਿਹੜਾ ਐਂਗਲ ਆਫ ਰਿਫਲੈਕਸ਼ਨ ਵੀ ਹੈ ਰੀਅਰ ਮੀਡੀਅਮ 'ਚ ਸੋ ਕੀ ਹੈਗਾ ਸਾਈਨ ਆਰ ਨੂੰ ਆਪਾਂ ਮਲਟੀਪਲਾਈ ਕਰਾਂਗੇ nu1 ਨਾਲ ਸੋ nu1 ਇੰਟੂ ਸਾਈਨ ਆਰ। ਹੁਣ ਦੇਖੋ ਅਸੀਂ ਫਾਈਂਡ ਕਰਨਾ ਕ੍ਰਿਟੀਕਲ ਐਂਗਲ ਤੇ ਰਿਫਰੈਕਟਿਵ ਇੰਡੈਕਸ ਰਿਲੇਸ਼ਨ। ਸੋ ਜਦੋਂ ਕ੍ਰਿਟੀਕਲ ਐਂਗਲ ਹੋਈ ਸੀਗਾ ਉਹਨੂੰ ਆਪਾਂ ਆਈ ਨੂੰ ਕੀ ਕਹਿੰਦੇ ਸੀਗੇ IC ਤੇ ਸਾਡਾ ਰਿਫਰੈਕਟਿਵ ਐਂਗਲ ਕਿੰਨਾ ਬਣ ਜਾਂਦਾ ਸੀ 90 डिग्री। ਸੋ ਪੁੱਟ ਕਰ ਦਿਓ ਵੈਲਿਊ ਕੀ ਆ ਜਾਏਗਾ nu2 ਸਾਈਨ IC ਇਜ਼ ਇਕੁਅਲ ਟੂ nu1 साइन 90 डिग्री। सो स्टूडेंट साइन 90 डिग्री कितना होता 1 सो nu2 की वैल्यू कितनी आ जाएगी साइन IC इज इक्वल टू nu1 इंटू 1 सो साडा साइन IC की वैल्यू कितनी आ जाएगी nu1 ओवर nu2। सो देखो nu1 की सीगा रिफ्रैक्टिव इंडैक्स ऑफ द एयर रीयर मीडियम सो रीयर मीडियम साडी एयर है सो रिफ्रैक्टिव इंडैक्स ऑफ द एयर कितना होंदा 1 होंदा सो ਆਪਾਂ आई nu1 ਨੂੰ 1 लिख सकते हैं। सो साइन IC की वैल्यू कितनी आ जाएगी 1 ओवर nu2 तो nu2 की ये मीडियम का जो रिफ्रैक्टिव इंडैक्स है सो इन्हें आप म्यू भी लिख सकते जनरली कि मान लो कि जो रिफ्रैक्टिव इंडैक्स ऑफ मीडियम की है न्यू है तो इस अपन न्यू भी लिख सकते हैं सो इन्हें 1 ओवर न्यू भी लिख सकते हैं। तो IC की वैल्यू कितनी आ जाएगी फिर साइन इनवर्स 1 ओवर न्यू तो साडा यह की है रिलेशन बिटवीन क्रिटिकल एंगल एंड रिफ्रैक्टिव इंडैक्स ऑफ द मीडियम। तो थैंक यू। स्टूडेंट्स तुसीं दिखिया ही है हुण वीडियो विच मिराज की हुंदा है सो मिराज एक ऑप्टिकल इल्यूजन है कि जिहड़ा सानूं पानी का इल्यूजन होंदा है ठीक है ना पानी की सानूं इल्यूजन होंदा है कि सानूं भुलेखा पैंदा पानी का। सो जनरली डेजर्ट्स च होंदा जिहदे होट जिहड़े एरियाज होंदे आ सम जिहड़े डेजर्ट्स वगैरह हो गए सो की होंदा सानूं रस्ते विच पानी दिखाई दिंदा है पर असल दे विच की हुंदा उत्ते पानी नहीं हुंदा। सो उस फिनोमिना ਨੂੰ ਅਸੀਂ ਕੀ ਕਹਿੰਦੇ ਆ ਮਿਰਾਜ ਕਹਿੰਦੇ ਆ। ਸੋ ਮਿਰਾਜ ਕੀ ਇੱਕ ਆਪਟੀਕਲ ਇਲੂਜਨ ਹੈ ਓਕੇ ਕਿ ਜਿਹੜਾ ਸਾਨੂੰ ਗਰਮੀਆਂ ਦਿਨਾਂ ਵਿੱਚ ਦਿਖਾਈ ਦਿੰਦਾ ਤੇ ਉਹ ਕੀ ਹੁੰਦਾ ਕਿ ਜਦੋਂ ਸਾਨੂੰ ਪਾਣੀ ਦਾ ਭੁਲੇਖਾ ਪੈਂਦਾ ਕਹਿੰਦੇ ਭੁਲੇਖਾ ਪੈਂਦਾ ਪਾਣੀ ਦਾ ਠੀਕ ਹੈ। ਸੋ ਸਾਨੂੰ ਕਿੱਦਾਂ ਕਿ ਕਦੋਂ ਅਸੀਂ ਕਹਿੰਦੇ ਕਿ ਇੱਥੇ ਪਾਣੀ ਪੈਂਦਾ ਜਦੋਂ ਪਾਣੀ ਕਿਸੇ ਵੀ ਦੀ ਰਿਫਲੈਕਸ਼ਨ ਸ਼ੋ ਕਰੇ ਕਿ ਸਾਨੂੰ ਉਹਦੀ ਥੱਲੇ ਉਹਦੀ ਇਮੇਜ ਦਿਖਾਈ ਦੇ। ਸੋ ਮੰਨ ਲਓ ਸਾਡਾ ਦੇਖੋ ਇਹ ਸਾਡੀ ਟਰੀ ਹੈ ਮੰਨ ਲਓ ਕਿਸੇ ਦੀ ਸਾਡੀ ਟਰੀ ਹੈਗੀ ਹੈ सो थले पानी पेदा साढ़े थले वाटर है सो वाटर की करेगा दी रिफ्लैक्शन बनाएगा इमेज बनाएगा थले ठीक है। हुण जे मान लो इत्थे वाटर पेदा है तो सानूं दी इमेज नहीं दिखाई दे रही वो इमेज नहीं बन रही मतलब कि साथे वाटर नहीं होएगा स्टैंडिंग वाटर मान लो
ਤੇ ਸਾਨੂੰ ਵਾਟਰ ਦੀ ਕਿੱਦਾਂ ਪਛਾਣ ਹੁੰਦੀ ਕਿ ਦੂਰ ਦੇਖਣੇ ਤੇ ਵਾਟਰ ਹੈ। ਸੋ ਜਦੋਂ ਵਾਟਰ ਨੂੰ ਇਮੇਜ ਬਣਾਉਂਦਾ ਸੋ ਉਹਦਾ ਪਰਛਾਵਾਂ ਜਿਹੜਾ ਬਣੇਗਾ ਤੇ ਫਿਰ ਹੀ ਆਪਾਂ ਕਹਾਂਗੇ ਤੇ ਵਾਟਰ ਹੈ। ਸੋ ਕੀ ਹੈ ਜਦੋਂ ਟੋਟਲ ਇੰਟਰਨਲ ਰਿਫਲੈਕਸ਼ਨ ਕੀ ਹੁੰਦਾ ਹੈ, ਸਾਨੂੰ ਕਿਸੇ ਚੀਜ਼ ਦਾ ਇਮੇਜ ਥੱਲੇ ਉਹਦੀ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਸਾਨੂੰ ਉਹ ਦਿਖਾਈ ਲੱਗਦਾ ਕਿ ਉੱਤੇ ਪਾਣੀ ਪੈਦਾ, ਅਸਲ ਵਿੱਚ ਉੱਤੇ ਪਾਣੀ ਨਹੀਂ ਹੁੰਦਾ। ਸੋ ਮਿਰਾਜ ਦੇ ਬਾਰੇ ਹੁਣ ਡਿਸਕਸ ਕਰਨੀ ਅਸੀਂ। ਸੋ ਸਟੂਡੈਂਟਸ, ਗਰਮੀਆਂ ਦੇ ਦਿਨਾਂ ਵਿੱਚ ਕੀ ਹੁੰਦਾ ਹੈ, ਜਿਹੜਾ ਸਾਡੇ ਥੱਲੇ ਹੈ ਸਰਫੇਸ ਦੇ ਨਾਲ ਜਿਹੜੀ ਹੀਟ ਹੈ ਉਹ ਜਿਹੜੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਟੈਂਪਰੇਚਰ ਬਹੁਤ ਜ਼ਿਆਦਾ ਹੋ ਜਾਂਦਾ, ਜਿਹੜੀ ਉੱਪਰ ਥੋੜ੍ਹਾ ਜਿਹਾ ਜਿਹੜਾ ਟੈਂਪਰੇਚਰ ਉਹ ਘੱਟ ਹੁੰਦਾ, ਜਿਹਦੇ ਨਾਲ ਜਿਹੜਾ ਥੱਲੇ ਵਾਲਾ ਜਿਹੜਾ ਮੀਡੀਅਮ ਹੈ ਉਹ ਡੈਂਸਰ ਹੋ ਰੇਅਰ ਹੋ ਜਾਂਦਾ ਅਤੇ ਉੱਤੇ ਵਾਲਾ ਮੀਡੀਅਮ ਡੈਂਸਰ ਹੋ ਜਾਂਦਾ। ਪਰ ਜਿਹੜਾ ਸਾਡਾ ਪਿਛਲਾ ਕੇਸ ਸੀਗਾ ਉਹਦੇ ਵਿੱਚ ਸਨਸੈੱਟ ਵਾਲਾ, ਉਹਦੇ ਵਿੱਚ ਇਹ ਕੇਸ ਨਹੀਂ ਸੀਗਾ ਕਿਉਂਕਿ ਉਹ ਇੱਥੇ ਦੇ ਬਾਹਰ ਸੀਗਾ, ਐਟਮੋਸਫੇਅਰ ਦੇ ਵਿੱਚ ਸੀਗਾ। ਠੀਕ ਹੈ, ਇਹ ਦੇਖੋ ਜਦੋਂ ਗਰਮੀ ਦਿਨਾਂ ਵਿੱਚ ਹੁੰਦਾ ਹੈ ਕੰਮ, ਜਦੋਂ ਜਿਹੜੀ ਲੇਅਰ ਹੈਗੀ ਹੈ ਉਹ ਕੀ ਕਰਦੀ ਹੈ, ਥੱਲੇ ਜਿਹੜਾ ਰੇਅਰ ਹੋ ਜਾਂਦਾ ਮੀਡੀਅਮ ਤੇ ਜਿਹੜਾ ਡੈਂਸਰ ਮੀਡੀਅਮ ਹੋ ਜਾਂਦਾ। ਠੀਕ ਹੈ, ਸੋ ਦੇਖੋ ਜਦੋਂ ਲਾਈਟ ਇੱਥੋਂ ਸਾਡੇ ਮੰਨ ਲਓ ਇੱਥੋਂ ਲਾਈਟ ਆਈ, ਇੱਥੇ ਪਈ ਲਾਈਟ ਆ, ਠੀਕ ਹੈ। ਹੁਣ ਇਹ ਮੀਡੀਅਮ ਡੈਂਸਰ ਹੈ, ਮੀਡੀਅਮ ਰੇਅਰ ਹੈ, ਕਿਉਂਕਿ ਮੈਂ ਤੁਹਾਨੂੰ ਕਿਹਾ ਕਿ ਜਦੋਂ ਵੀ ਗਰਮੀਆਂ ਦਿਨਾਂ ਵਿੱਚ ਥੱਲੇ ਹੀਟ ਜ਼ਿਆਦਾ ਹੁੰਦੀ ਹੈ, ਜ਼ਿਆਦਾ ਹੀਟ ਹੋਣ ਦੇ ਕਾਰਨ ਜਿਹੜਾ ਮੀਡੀਅਮ ਹੈ ਉਹ ਰੇਅਰ ਹੋਣਾ ਸ਼ੁਰੂ ਹੋ ਜਾਂਦਾ ਹੈ। ਮਤਲਬ ਕਿ ਉੱਪਰ ਫਿਰ ਮੇਰੇ ਮੀਡੀਅਮ ਕੀ ਹੋਏਗਾ, ਡੈਂਸਰ ਹੋਏਗਾ। ਠੀਕ ਹੈ, ਹੁਣ ਇਹ ਡੈਂਸਰ ਮੀਡੀਅਮ ਹੈ, ਇਹ ਬਣੇਗਾ ਇੱਥੋਂ ਰੇ ਆਫ ਲਾਈਟ ਆਈ, ਇਹ ਸਾਡਾ ਐਂਗਲ ਬਣਿਆ, ਸਾਡਾ ਨੋਰਮਲ ਬਣਿਆ। ਹੁਣ ਦੇਖੋ ਜਦੋਂ ਲਾਈਟ ਡੈਂਸਰ ਮੀਡੀਅਮ ਟੂ ਰੇਅਰ ਮੀਡੀਅਮ ਵੱਲ ਜਾਂਦੀ ਹੈ ਉਹ ਕੀ ਕਰਦੀ ਹੈ, ਅਵੇ ਫਰੋਮ ਦਾ ਨੋਰਮਲ ਜਾਂਦੀ ਹੈ। ਸੋ ਕਰੇ ਕੀ ਹੋ ਜਾਏਗੀ, ਜਾਣਾ ਚਾਹੀਦਾ ਲਾਈਟ ਇੱਦਾਂ ਸੀ ਕਿ ਚੱਲ ਜਾਏਗੀ ਥੋੜਾ ਅਵੇ ਚੱਲ ਜਾਏਗੀ ਲਾਈਟ ਇਸ ਤਰ੍ਹਾਂ। ਸੋ ਇਸ ਤੋਂ ਅਵੇ ਚੱਲ ਜਾਏਗੀ, ਜਾਣੀ ਇੱਧਰ ਨੂੰ ਚਾਹੀਦੀ ਸੀਗੀ, ਚੱਲ ਗਈ ਇੱਦਾਂ। ਸੋ ਇੱਕ ਪੁਆਇੰਟ ਧਿਆਨ ਕਿ ਕੀ ਹੋ ਜਾਏਗਾ, ਲਾਈਟ ਜਿਹੜੀ ਹੈਗੀ ਆ ਉਹ ਕੀ ਬਣੇਗੀ, ਉਹਦਾ ਲਾਈਟ ਜਿਹੜੀ ਕ੍ਰਿਟੀਕਲ ਐਂਗਲ ਤੋਂ ਜ਼ਿਆਦਾ ਜਿਹੜੀ ਜਿਹੜਾ ਐਂਗਲ ਆਫ ਇੰਸੀਡੈਂਸ ਹੈ ਉਹ ਕ੍ਰਿਟੀਕਲ ਐਂਗਲ ਤੋਂ ਜ਼ਿਆਦਾ ਹੋ ਜਾਏਗਾ, ਜਿਹਦੇ ਨਾਲ ਲਾਈਟ ਕੀ ਕਰੇਗੀ, ਰਿਫਲੈਕਟ ਹੋ ਜਾਏਗੀ, ਇਸ ਤਰ੍ਹਾਂ ਰਿਫਲੈਕਟ ਹੋ ਜਾਏਗੀ। ਠੀਕ ਹੈ, ਸੋ ਕੁਛ ਨਹੀਂ ਹੋਇਆ, ਜਦੋਂ ਲਾਈਟ ਡੈਂਸਰ ਮੀਡੀਅਮ ਟੂ ਰੇਅਰ ਮੀਡੀਅਮ ਵੱਲ ਗਈ, ਨੋਰਮਲ ਦੇ ਅਵੇ ਚੱਲ ਗਈ, ਫਿਰ ਲਾਈਟ ਆਈ, ਇਹ ਫਿਰ ਜਿਸ ਐਂਗਲ 'ਤੇ ਆਈ ਫਿਰ ਅਵੇ ਚੱਲ ਗਈ। ਸੋ ਇੱਕ ਇਹੋ ਜਿਹਾ ਪੁਆਇੰਟ ਆਏਗਾ ਜਿੱਥੇ ਕੀ ਕਰੇਗੀ ਲਾਈਟ ਕ੍ਰਿਟੀਕਲ ਜਿਹੜਾ ਐਂਗਲ ਆਫ ਇੰਸੀਡੈਂਸ ਹੈ ਉਹ ਕ੍ਰਿਟੀਕਲ ਐਂਗਲ ਤੋਂ ਜ਼ਿਆਦਾ ਹੋ ਜਾਏਗਾ, ਜਿਹਦੇ ਨਾਲ ਸਾਡੇ ਇੱਥੇ ਕੀ ਹੋ ਜਾਏਗੀ, ਟੋਟਲ ਇੰਟਰਨਲ ਰਿਫਲੈਕਸ਼ਨ ਹੋ ਜਾਏਗੀ ਅਤੇ ਲਾਈਟ ਜਿਹੜੀ ਹੈ ਉਸੇ ਮੀਡੀਅਮ 'ਚ ਵਾਪਸ ਚਲੀ ਜਾਏਗੀ। ਠੀਕ ਹੈ, ਸੋ ਮੰਨ ਲਓ ਕਿ ਇੱਥੇ ਜਿਹੜਾ ਸਾਡਾ ਐਂਗਲ ਸੀਗਾ ਉਹ ਇੰਸੀਡੈਂਸ ਐਂਗਲ ਕ੍ਰਿਟੀਕਲ ਐਂਗਲ ਤੋਂ ਜ਼ਿਆਦਾ ਹੋ ਗਿਆ, ਜਿਹਦੇ ਨਾਲ ਤੇ ਕੀ ਹੋ ਜਾਏਗੀ, ਰਿਫਲੈਕਸ਼ਨ ਹੋ ਜਾਏਗੀ। ਸੋ ਮੰਨ ਲਓ ਸਾਡੀ ਆਈ ਜਿਹੜੀ ਹੈ ਉਹ ਇੱਥੇ ਪਈ ਦੀ ਹੈ। ਸੋ ਸਾਡੀ ਮਤਲਬ ਪਿੱਛੇ ਵੀ ਦੱਸਿਆ ਸੀ, ਆਈ ਜਿੱਥੋਂ ਸਾਡੀ ਆਈ ਸਿਰਫ ਲਾਈਟ ਨੂੰ ਸੈਂਸ ਕਰਦੀ, ਲਾਈਟ ਕਿੱਥੋਂ ਆ ਰਹੀ ਹੈ, ਐ ਨਹੀਂ ਕਹਿੰਦੇ ਕਿ ਉਹਦਾ ਪਾਥ ਕਿਹੜਾ ਹੈ। ਸੋ ਲਾਈਟ ਨੂੰ ਸੈਂਸ ਹੋਣ ਦੀ ਕਿ ਜਿਹੜੀ ਲਾਈਟ ਹੈ ਉਹ ਇੱਧਰ ਨੂੰ ਆਉਂਦੀ ਹੈ। ਸੋ ਲਾਈਟ ਕੀ ਕਰੀ, ਇਹਨੂੰ ਪਿੱਛੇ ਨੂੰ ਐਕਸਟੈਂਡ ਕਰ ਦੇਗੀ, ਸੋ ਲਾਈਟ ਕਰ ਦੇਗੀ ਆਈ ਨੂੰ, ਕਰ ਦੇਗੀ ਲਾਈਟ ਨੂੰ ਪਿੱਛੇ ਐਕਸਟੈਂਡ। ਸੋ ਸਾਨੂੰ ਜਿਹੜੀ ਉਹਦੀ ਟਰੀ ਦੀ ਇਮੇਜ ਹੈ ਉਹ ਉਲਟੀ ਦਿਖਾਈ ਦੇਗੀ ਅਤੇ ਉਹਦੇ ਥੱਲੇ ਦਿਖਾਈ ਦੇ ਦੇਗੀ। ਸੋ ਇਹਦਾ ਮਤਲਬ ਕਿ ਸਾਨੂੰ ਅਰਥ ਜਿਹੜੀ ਟਰੀ ਦੀ ਜਿਹੜੀ ਉਹ ਇਮੇਜ ਦਿਖਾਈ ਦੇਣ ਲੱਗ ਪਈ ਉਹਦੇ ਥੱਲੇ। ਸੋ ਇਹ ਸਾਨੂੰ ਫਿਰ ਸਾਡਾ ਮਾਈਂਡ ਨੂੰ ਇੱਦਾਂ ਲੱਗਦਾ ਕਿ ਜਿਹੜੀ ਇਮੇਜ ਦਿਖਾਈ ਸਾਨੂੰ ਦੇ ਰਹੀ ਹੈ ਤਾਂ ਮਤਲਬ ਕਿ ਇੱਥੇ ਵਾਟਰ ਹੈ, ਕਿਉਂਕਿ ਪਾਣੀ ਦੇ ਵਿੱਚ ਪਰਛਾਵਾਂ ਦਿਖਾਈ ਦਿੰਦਾ ਸਾਨੂੰ ਕਿਸ ਚੀਜ਼ ਦਾ। ਸੋ ਸਾਡੇ ਮਾਈਂਡ ਨੂੰ ਕੀ ਲੱਗਦਾ ਕਿ ਇੱਥੇ ਵਾਟਰ ਪੈਦਾ। ਸੋ ਇਹ ਇੱਕ ਓਪਟੀਕਲ ਇਲੂਜਨ ਹੈ। ਸੋ ਕਿਤੇ ਬੇਸ ਹੈ, ਟੋਟਲ ਇੰਟਰਨਲ ਰਿਫਲੈਕਸ਼ਨ ਬੇਸ ਹੈ। ਸੋ ਇਹੀ ਹੁੰਦਾ ਮਿਰਾਜ ਕੀ ਹੁੰਦਾ, ਇੱਕ ਓਪਟੀਕਲ ਇਲੂਜਨ ਹੈ, ਇੱਕ ਓਪਟੀਕਲ ਇਲੂਜਨ ਹੈ ਕਿ ਜਦੋਂ ਸਾਨੂੰ ਕਿ ਡੈਜ਼ਰਟ ਦੇ ਵਿੱਚ ਜਿੱਦਾਂ ਹੋਟ ਸਮਰਸ ਡੇ ਦੇ ਵਿੱਚ ਸਾਨੂੰ ਕੀ ਕਰਦਾ ਹੈ ਕਿ ਪਾਣੀ ਨਾ ਹੋਏ ਪਰ ਸਾਨੂੰ ਤੇ ਪਾਣੀ ਦਿਖਾਈ ਦਿੰਦਾ। ਸੋ ਪਾਣੀ ਦਿਖਾਈ ਹੋਣ ਸੈਂਸ ਕਿ ਸਾਨੂੰ ਕਿਸੇ ਚੀਜ਼ ਦਾ ਥੱਲੇ ਉਹਦਾ ਪਰਛਾਵਾਂ ਦਿਖਾਈ ਦਿੰਦਾ, ਸਾਨੂੰ ਫਿਰ ਤੁਹਾਡਾ ਮਾਈਂਡ ਸੋਚਦਾ ਕਿ ਬਈ ਇੱਥੇ ਕੀ ਹੈ, ਸਾਡਾ ਇੱਥੇ ਪਾਣੀ ਪ੍ਰੈਜ਼ੈਂਟ ਹੈ। ਸੋ ਓਕੇ, ਸੋ ਦਿਸ ਇਜ਼ ਆਲ ਅਬਾਊਟ ਮਿਰਾਜ। ਸੋ ਥੈਂਕ ਯੂ।